ਸਾਧ ਸੰਗਤ, ਹੁਣ ਤੱਕ ਤੁਸੀਂ ਗੁਰਬਾਣੀ ਦੇ ਕੀਰਤਨ ਦਾ ਔਰ ਵਿਚਾਰਾਂ ਦਾ ਲਾਭ ਉਠਾਇਆ ਹੈ। ਥੋੜ੍ਹਾ ਜਿਹਾ ਸਮਾਂ ਹੋਰ ਰਹਿੰਦਾ ਹੈ, ਉਸ ਨੂੰ ਵੀ ਸਫਲਾ ਕਰੋ। ਸ਼ਬਦ ਵਿੱਚ ਬੋਲ ਕੇ ਰਸਨਾ ਨੂੰ ਸਫਲਾ ਔਰ ਪਵਿੱਤਰ ਕਰਨ ਦੀ ਖੇਚਲ ਕਰਿਆ ਕਰੋ। ਪਹਿਲੇ ਦਾਸ ਬੋਲਿਆ ਕਰੇਗਾ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਭ ਬੀਬੀਆਂ ਗੱਜ ਬੱਜ ਕੇ ਬੋਲਿਆ ਕਰੋ। ਉਤਰੇ ਮਨ ਦੀ ਭੁੱਖ ਦੇ ਦਿਨਾਂ ਮੁਸਨ ਤੋਰੀਆ, ਉਤਰੇ ਮਨ ਦੀ ਭੁੱਖ ਦੇ ਦਿਨਾਂ ਮੁਸਨ ਤੋਰੀਆ, ਉਤਰੇ ਮਨ ਦੀ ਭੁੱਖ ਦੇ ਦਿਨਾਂ ਸੰਤੋਖੀਆ। ਉਤਰੇ ਮਨ ਕੀ ਭੁੱਖ ਗੁਰਵਣ ਤਨ ਹਰਿਆ ਕੀਤਿਆ। ਨਾਨਕ ਕਿਆ ਮਨੁੱਖ ਦੇ ਦੋਨਾਂ ਮੁਸਨ ਤੋਖੀਆ। ਉਤਰੇ ਮਨ ਦੀ ਭੁੱਖ ਦੇ ਦੋਨਾਂ ਮੁਸਨ ਤੋਖੀਆ। ਉਤਰੇ ਮਨ ਦੀ ਭੁੱਖ ਦੇ
के साथ से नैन बिहार लिया। कर्ण न सुनही नाद कर्ण मुंद का लिया। रसना न जपे हर नाम तिल तिल कर कटिए। हर हाँ विसरै गोबिंद राय दिनों दिन कटिए। साध संगत ख्यालों नूं बारों रोको, पूरा ध्यान शब्द और गुरु बाबा जी की शिक्षा वल दिओ। बच्चों नूं चुप रखण दी खेचल करो, या इत्थे बैठ के चुप नहीं रह सकते, इन्हूं कहो बाहर जाके खेलो। इं सातसंग समय नूं सफला करो, क्योंकि बच्चों के बोल चाल विच शोर शराबे विच समा व्यर्थ जाता है, थोड़ा जा वक्त हुंदा। अगर इसनूं इउं खराब कर दिता गया, साडे हथ दसो की आया। इतनी खेचल की, इतना उपा किया, हद तक कुछ भी ना आया। ये तभी हो सकता है चुपचाप होके ख्याल चार फेर रोक के फिर सुनिया जाए। मनुखा शरीर इसनों भजन वास्ते मिले। पैर मिले हैं चल के सत्संग विच जाइए। हथ वाहिगुरू ने दिते हैं साध संग की सेवा, गुरु की सेवा ते दान आदि करिए। मस्तक दिता है गुरु ने नमस्कार करिए। नेत्र दिते हैं गुरु के दर्शन करने वास्ते। कन मिले हैं हरि का जस सुनने वास्ते। जबान मिली है हरि जस करने वास्ते। इसी तरह मन मिले परमेश्वर के पासे का संकल्प फुरना उठाने वास्ते। चित्त मिलिया है आत्म चिंतन, नाम का चिंतन, बाणी का ते ईश्वर का चिंतन करने वास्ते। बुद्ध मिली है ब्रह्म विचार करने वास्ते। हंकार मिलिया है देहंगता नूं छोड़ के ब्रह्महंगता विच स्थित होके आपे विच स्थित होके सारे दुखों तो बरी हो जाए। मानक तन इस वास्ते मिलिया है। अगर ये ना किया गया तो इसनूं व्यर्थ दसदे हैं। भाई साहब भाई गुरदास गुरु करदे वेद व्यास मने जाते हैं। वो थोड़े अखरां विच सिर तो ला के पैरों तक जितने शरीर के अंग हैं जो सेवा भगती वास्ते वाहिगुरू ने बख्शिश की है, सो उन्होंने धिकार योग दसदे हैं। जेकर वो सेवा जो इन्हां दी है इन्हां तो ना लई जावे तां सिर तो पैरों वाल यूँ कले कले अंग नूं धिकार योग दसते जाते हैं। त्रिग सिर जो गुरु नानिवें गुर लगे न चरनी। पहले सिर नूं धिकार योग दसते हैं। त्रिकार कहते हैं 100 बार फिटे मूँह नूं। किसी नूं 100 बार फिटे मूँह फिटे मूँह फिटे मूँह ऐसा कहना होवे, इक्को बारी थिर गया धिकार कह दिता जाता है। सो कहते वो सिर नूं धिकार है जिहड़ा नमस्कार भगती नहीं करता, गुरु अगे प्रभु अगे नहीं निमदा है। यूँ कहते हैं जिहड़ा लगे न चरनी ओ थिरक तेरा सिर बंदिया। लगे न चरनी थिरक तेरा सिर बंदिया। लगे न चरनी तेरा सिर बंदिया।
ਤਿਰਗ ਸਿਰ ਜੋ ਗੁਰੂ ਨਾਨਵੇਂ ਜੋ ਲੱਗੇ ਨ ਚਰਨੀ। ਪਹਿਲੇ ਸਿਰ ਹੈ, ਸਿਰ ਤੋਂ ਹੌਲੀ ਹੌਲੀ ਸਭ ਤੋਂ ਨੀਚੇ ਪੈਰ ਹਨ, ਸਾਰੇ ਸਰੀਰ ਦਾ ਭਾਰ ਉਠਾਉਂਦੇ ਹਨ। ਸਿਰ ਨੂੰ ਕਹਿੰਦੇ ਹਨ ਤਿਰਗ ਸਿਰ ਜੋ ਗੁਰੂ ਨਾਨਵੇਂ। ਬਾਬਾ ਫਰੀਦ ਜੀ ਕਿਥਾਇਓਂ ਕਹਿੰਦੇ ਹਨ, ਉੱਠ ਫਰੀਦਾ ਸੁੱਤਿਆ ਸੁਭਾ ਨਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੇਂ ਸੋ ਸਿਰ ਕੱਪ ਉਤਾਰ। ਕਹਿਣ ਲੱਗੇ ਉੱਠ ਕੇ ਸਵੇਰੇ ਪਰਮੇਸ਼ਰ ਦਾ ਭਜਨ ਕਰ। ਜਿਹੜਾ ਸਿਰ ਸਾਈਂ ਨੂੰ ਨਹੀਂ ਨਿਮਦਾ, ਨਮਸਕਾਰ ਭਗਤੀ ਨਹੀਂ ਕਰਦਾ, ਉਹਨੂੰ ਧੜ ਨਾਲੋਂ ਕੱਟ ਕੇ ਅਲੱਗਾ ਕਰ ਦਿਓ। ਜੋ ਸਿਰ ਸਾਈਂ ਨਾ ਨਿਵੇਂ ਸੋ ਸਿਰ ਕੀਚੈ ਕਾਏ, ਕੁੰਨੇ ਹੇਠ ਜਲਾਈਏ ਬਾਲਨ ਸੰਦੇ ਥਾਏ। ਕਹਿੰਦੇ ਨੇ ਜਿਹੜਾ ਸਿਰ ਸਾਈਂ ਨੂੰ ਨਹੀਂ ਨਿਮਦਾ, ਆਪਣੇ ਪ੍ਰਭੂ ਗੁਰੂ ਨੂੰ, ਪ੍ਰਭੂ ਪੈਰਾਂ ਨੂੰ ਨਹੀਂ ਨਿਮਦਾ, ਉਹਨੂੰ ਕੀ ਕਰੀਏ? ਕਹਿੰਦੇ ਉਸ ਨੂੰ ਚੁੱਲ੍ਹੇ ਦੇ ਵਿੱਚ ਤੌੜੀ ਦੇ ਹੇਠ ਬਾਲਣ ਦੇ ਥਾਂ ਫੂਕ ਦਿਓ। ਜਿਉਂ ਕਹਿੰਦੇ ਹਨ ਭਾਈ ਗੁਰਦਾਸ ਕਹਿੰਦੇ ਹਨ, ਤਿਰਗ ਸਿਰ ਜੋ ਗੁਰੂ ਨਾਨਵੇਂ, ਗੁਰੂ ਲੱਗੇ ਨ ਚਾਨਿਓ। ਸਿਰ ਨੂੰ ਧਿਕਾਰ ਹੈ ਜਿਹੜਾ ਗੁਰੂ ਚਾਨੀ ਨਹੀਂ ਲੱਗਦਾ। ਜਿਹੜਾ ਲੱਗੇ ਨ ਚਰਨੀ ਉਹ ਤਿਰਗ ਤੇਰਾ ਸਿਰ ਬੰਦਿਆ। ਲੱਗੇ ਨ ਚਰਨੀ ਤਿਰਗ ਤੇਰਾ ਸਿਰ ਬੰਦਿਆ। ਤਿਰਗ ਸਿਰ ਜੋ ਗੁਰੂ ਨਾਨਵੇਂ, ਗੁਰ ਲੱਗੇ ਨ ਚਰਨੀ। ਸਿਰ ਨੂੰ ਧਿਕਾਰ ਯੋਗ ਦੱਸਦੇ ਹਨ। ਸਿਰ ਤੋਂ ਨੀਚੇ ਹਨ ਅੱਖਾਂ। ਅੱਖਾਂ ਨੂੰ ਵੀ ਐਵੇਂ ਕਹਿੰਦੇ ਨੇ ਤਿਰਗ ਲੋਇਣ ਗੁਰ ਦਰਸ਼ ਬਿਨਾ ਪੇਖੇ ਪਰ ਧਰਣੀ। ਉਹਨਾਂ ਅੱਖਾਂ ਨੂੰ ਧਿਕਾਰ ਯੋਗ ਦੱਸਦੇ ਹਨ ਜਿਹੜੀਆਂ ਅੱਖਾਂ ਖੋਟੀ ਨਿਗਾਹੀ ਤਾਂ ਦੇਖਦੀਆਂ ਨੇ, ਪਰ ਪਿਆਰ ਨਾਲ ਗੁਰੂ ਪਿਆਰਿਆਂ ਦਾ ਦਰਸ਼ਨ ਨਹੀਂ ਕਰਦੀਆਂ। ਉਹਨਾਂ ਅੱਖਾਂ ਨੂੰ ਧਿਕਾਰ ਯੋਗ ਦੱਸਦੇ ਹਨ। ਅੱਖਾਂ ਤੋਂ ਨੀਚੇ ਕੰਨ ਹਨ। ਕੰਨਾਂ ਦਾ ਪਰਮਾਰਥਕ ਫਰਜ਼ ਸਾਹਿਬ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਇਉਂ ਫਰਮਾਉਂਦੇ ਹਨ, ਸੁਣ ਕੇ ਅੰਮ੍ਰਿਤ ਨਾਮ ਪਵਿੱਤਰ ਹੋ ਪਵਿੱਤਰ ਹੋ। ਸੁਣ ਕੇ ਅੰਮ੍ਰਿਤ ਨਾਮ ਪਵਿੱਤਰ ਹੋ ਪਵਿੱਤਰ ਹੋ।
ਉਹਨਾਂ ਕੰਨਾਂ ਨੂੰ ਸਿੱਖਿਆ ਦਿੰਦੇ ਹਨ ਜੋ ਦਿਨ ਰਾਤ ਨਿੰਦਿਆ ਚੁਗਲੀ ਕਿਚ ਪਿਚ ਸੁਣਦੇ ਹਨ। ਕਹਿੰਦੇ ਹਨ, ਹੇ ਸਰਵਣੋ ਮੇਰਿਓ, ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜਿਸ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ। ਹਰ ਅਲਖ ਵਡਾਣੀ, ਤਾਂ ਕੀ ਗਤ ਲਖੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ ਸਾਚੇ ਸੁਣਨੇ ਨੂੰ ਪਠਾਏ। ਵਾਹਿਗੁਰੂ ਅੰਤਰਜਾਮੀ ਨੇ ਤੁਹਾਨੂੰ ਸਰੀਰ ਨਾਲ ਹਰੀ ਜਸ ਸੁਣਨ ਵਾਸਤੇ ਲਗਾਇਆ, ਨਿੰਦਿਆ ਚੁਗਲੀ ਝੂਠ ਮੂਠ ਕਿਚ ਪਿਚ ਸੁਣਨ ਵਾਸਤੇ ਨਹੀਂ ਲਗਾਇਆ। ਜੇਕਰ ਤੁਸੀਂ ਸਿਰਫ ਨਿੰਦਿਆ ਚੁਗਲੀ ਝੂਠ ਮੂਠ ਕਿਚ ਪਿਚ ਸੁਣ ਤੱਕ ਹੀ ਮਹਿਦੂਦ ਰਹਿਣਾ ਤਾਂ ਤੁਹਾਡਾ ਇਹ ਫਰਜ਼ ਗਲਤ ਹੈ। ਇਸ ਕਰਕੇ ਤਾਂ ਗੁਰੂ ਜੀ ਇਹਨਾਂ ਭਾਈ ਸਾਹਿਬ ਗੁਰਦਾਸ ਕਹਿੰਦੇ ਨੇ, ਤਿਰਗ ਸਰਵਣ ਉਪਦੇਸ਼ ਬਿਨਾ ਸੁਣ ਸੁਰਤ ਨ ਧਰਣੀ। ਅਗਰ ਹਰੀ ਜਸ ਨਹੀਂ ਸੁਣਦੇ ਧਿਆਨ ਦੇ ਕੇ ਕੰਨ, ਤਾਂ ਉਹਨਾਂ ਨੂੰ ਧਿਕਾਰਯੋਗ ਦੱਸਿਆ। ਕੰਨਾਂ ਤੋਂ ਨੀਚੇ ਜ਼ੁਬਾਨ ਹੈ, ਜੇਬਾ ਹੈ। ਜ਼ੁਬਾਨ ਨੂੰ ਵੀ ਐਵੇਂ ਕਹਿੰਦੇ ਹਨ, ਜੇ ਤੂੰ ਨਾਮ ਨਾ ਜਪੇ ਜੇਬਾ ਮੇਰੀਏ, ਤਿਲ ਤੈਨੂੰ ਕੱਟੀਏ। ਨਾਮ ਨਾ ਜਪੇ ਜੇਬਾ, ਤਿਲ ਤੈਨੂੰ ਕੱਟੀਏ। ਅਰਜਨ ਦੇਵ ਪੰਚਮ ਪਾਤਸ਼ਾਹ ਫਰਮਾਉਂਦੇ ਹਨ, ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ, ਕਰਨ ਸੁਨਹੀ ਨਾਦ ਕਰਨ ਮੁੰਦ ਘਾਲਿਆ। ਰਸਨਾ ਨਾ ਜਪੇ ਹਰ ਨਾਮ, ਤਿਲ ਤਿਲ ਕਰ ਕੱਟੀਐ। ਹਰ ਹਾਂ ਵਿਸਰੇ ਗੋਬਿੰਦ ਰਾਏ, ਦਿਨੋ ਦਿਨ ਕੱਟੀਐ। ਜਿਹੜੇ ਨੇਤਰ ਸਾਧ ਸਾਧਨ ਸੰਪੰਨ ਪੁਰਸ਼ ਪ੍ਰਭੂ ਦੇ ਪਿਆਰਿਆਂ ਦਾ ਦਰਸ਼ਨ ਨਹੀਂ ਕਰਦੇ, ਉਹ ਨੇਤਰ ਦੁਖੀਏ ਹਨ। ਜਿਨ੍ਹਾਂ ਕੰਨਾਂ ਕਰਕੇ ਹਰੀ ਜਸ ਨਹੀਂ ਸੁਣਿਆ ਜਾਂਦਾ, ਉਹਨਾਂ ਕੰਨਾਂ ਵਿੱਚ ਕਹਿੰਦੇ ਸਿੱਕਾ ਢਾਲ ਦਿਓ। ਜਿਹੜੀ ਜ਼ੁਬਾਨ ਹਰੀ ਜਸ ਨਹੀਂ ਕਰਦੀ, ਉਹਨੂੰ ਛੋਟੀ ਛੋਟੀ ਕਰਕੇ ਕੱਟ ਦਿਓ। ਇਹ ਜੇ ਭੇ ਤੁਝੇ ਕਰੋ ਸ਼ਤਖੰਡ, ਜਾਮ ਨਾ ਉਤਰੇ ਸ੍ਰੀ ਗੋਬਿੰਦ ਐ ਜ਼ੁਬਾਨ। ਤੇਰਾ ਕੱਟ ਕੇ 100 ਟੁਕੜਾ ਕਰਦਿਆਂ ਜੇ ਤੂੰ ਪਰਮੇਸ਼ਰ ਦਾ ਭਜਨ ਨਾ ਕਰੇ, ਹਰੀ ਜਸ ਨਾ ਉਚਾਰਨ ਕਰੇ। 6 ਕਿਸਮ ਦੀ ਜ਼ਹਿਰ ਜਾਂ ਕੁੜੱਤਣ ਇਸ ਜ਼ੁਬਾਨ ਵਿੱਚ ਵਾਸਾ ਰੱਖਦੀ ਹੈ। ਜੇਕਰ ਹਰੀ ਜਸ ਨਾ ਕੀਤਾ ਜਾਵੇ, ਤੁਮਾ ਤੁਮੀ ਵਿਸ਼ ਅਕਤ ਧੂਰਾ ਨਿਮ ਫਲ, ਮਨ ਮੁਖ ਵਸੈ ਤਿਸ ਜਿਸ ਤੋਂ ਚਿਤ ਨ ਆਵਹੀਂ। ਤੁਮਾ ਵੀ ਕੌੜਾ ਤੁਮੀ ਵੀ ਅਕ ਵੀ ਧੂਰਾ ਨਿਮ ਫਲ ਜ਼ਹਿਰ। ਇਹ ਸਾਰੀਆਂ ਜ਼ਹਿਰਾਂ ਹਨ, ਉਹ ਜ਼ੁਬਾਨ 'ਤੇ ਵਸਦੀਆਂ ਹਨ। ਜਿਹਦੇ ਨਾਲ ਹਰੀ ਜਸ ਨਾ ਕੀਤਾ ਜਾਏ ਤਾਂ ਤੇ ਕਹਿੰਦੇ ਹਨ ਇਹ ਜ਼ੁਬਾਨ ਸਫਲੀ ਤਦ ਹੁੰਦੀ ਹੈ
ਜੇ ਇਹਦੇ ਨਾਲ ਹਰੀ ਜਸ ਰੂਪੀ ਅੰਮ੍ਰਿਤ ਪਾਨ ਕੀਤਾ ਜਾਏ। ਹਰੀ ਜਸ ਅੰਮ੍ਰਿਤ ਹੈ, ਅਮਰ ਕਰਨ ਵਾਲੀ ਵਸਤੂ ਹੈ। ਨਿੰਦਿਆ ਚੁਗਲੀ ਵੀ ਜ਼ੁਬਾਨ ਨਾਲ ਹੀ ਹੁੰਦੀ ਹੈ। ਨਿੰਦਿਆ ਇਹ ਜੀਵ ਨੂੰ ਘੋਰ ਨਰਕਾਂ 'ਚ ਲੈ ਜਾਂਦੀ ਹੈ। ਇਉਂ ਦੱਸਦੇ ਹਨ, ਨਿੰਦਾ ਭਲੀ ਕਿਸੇ ਦੀ ਨਾਹੀਂ, ਮਨੁੱਖ ਲੋਕੀ ਕਰਦੇ। ਨਿੰਦਾ ਭਲੀ ਕਿਸੇ ਦੀ ਨਾਹੀਂ, ਮਨੁੱਖ ਲੋਕੀ ਕਰਦੇ ਨੇ। ਭਲੀ ਕਿਸੇ ਕੀ ਨਾਹੀਂ, ਮਨ ਮੁਖ ਮੁਗਧ ਕਰਨ, ਮੂੰਹ ਕਾਲੇ ਤਨਾ ਨਿੰਦਕਾ ਨਰਕੇ ਘੋਰ ਭਵਨ। ਨਿੰਦਿਆ ਦਾ ਫਲ, ਨਿੰਦਿਆ ਵੀ ਜ਼ੁਬਾਨ ਨਾਲ ਹੁੰਦੀ ਹੈ। ਹਰੀ ਜਸ ਵੀ ਜੇਬਾਂ ਨਾਲ ਜ਼ੁਬਾਨ ਨਾਲ ਹੁੰਦਾ ਹੈ। ਨਿੰਦਿਆ ਘੋਰ ਨਰਕਾਂ ਵਿੱਚ ਲੈ ਜਾਂਦੀ ਹੈ ਔਰ ਪਰਮੇਸ਼ਰ ਦਾ ਭਜਨ ਬੈਕੁੰਠਾਂ ਨੂੰ ਲੈ ਜਾਂਦਾ ਹੈ। ਬੈਕੁੰਠਾਂ ਦੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ। ਵਾਹਿਗੁਰੂ ਦੀ ਭਗਤੀ ਅਤੇ ਵਾਹਿਗੁਰੂ ਦੇ ਵਿੱਚ ਹੀ ਲਿਵਲੀਨਤਾ ਹੁੰਦੀ ਹੈ। ਬਾਕੀ ਨਰਕਾਂ ਵਿੱਚ ਦੁੱਖ ਹੀ ਦੁੱਖ ਹੈ, ਸੁਖ ਦਾ ਨਾਮੋ ਨਿਸ਼ਾਨ ਨਹੀਂ ਹੈ। ਇਸ ਕਰਕੇ ਦੋਨਾਂ ਦਾ ਜ਼ਮੀਨ ਅਸਮਾਨ ਦਾ ਫਲ ਹੈ। ਜੇਕਰ ਜ਼ੁਬਾਨ ਨਾਲ ਨਿੰਦਿਆ ਚੁਗਲੀ ਹੀ ਕਰਨੀ ਹੈ ਕਹਿੰਦੇ ਹਨ ਤਾਂ ਘੋਰ ਨਰਕਾਂ ਵਿੱਚ ਹੀ ਜਾਣਾ ਪਏਗਾ। ਬਿਹਤਰ ਹੈ ਕਿ ਜ਼ੁਬਾਨ ਨੂੰ ਕੱਟ ਦਿਓ ਤਾਂ ਕਿ ਨਰਕਾਂ ਤੋਂ ਤਾਂ ਬਚਾਅ ਹੋ ਜਾਏਗਾ। ਹਰੀ ਜਸ ਤਾਂ ਇਸਨੇ ਕਰਨਾ ਹੀ ਨਹੀਂ। ਹਾਂ, ਤਦੇ ਇਉਂ ਦੱਸਿਆ ਨਾ, ਹੋਰ ਸਾਰਿਆਂ ਦੁੱਖਾਂ ਦੇ ਨਿੰਦਾਰੂ, ਨਿੰਦਕਾਂ ਦਾ ਕੋਈ ਨਾ ਬਣੇ। ਸਤਿਨਾਮ ਦੇ ਨਿੰਦਕਾਂ ਦਾ ਕੋਈ ਨਾ ਬਣੇ। Oh,
ਨਿੰਦਾ ਦੀ ਬਾਬਤ ਦੱਸਿਆ। ਨਿੰਦਾ ਕਰਨ ਵਾਲਾ ਪੁਰਸ਼ ਘੋਰ ਨਰਕਾਂ ਵਿੱਚ ਜਾਂਦਾ ਹੈ। ਜੇ ਜ਼ੁਬਾਨ ਨਾਲ ਹਰੀ ਜਸ ਕੀਤਾ ਜਾਏ ਤਾਂ ਬੈਕੁੰਠਾਂ ਨੂੰ ਜਾਂਦਾ। ਤਾਂ ਤੇ ਹਰੀ ਜਸ ਜੇਕਰ ਇਸ ਜ਼ੁਬਾਨ ਨੇ ਨਹੀਂ ਕਰਨਾ ਤਾਂ ਗੁਰੂ ਜੀ ਕਹਿੰਦੇ ਇਸ ਨੂੰ ਛੋਟੀ ਛੋਟੀ ਕਰਕੇ ਕੱਟ ਦਿੱਤਾ ਜਾਏ ਤਾਂ ਕਿ ਨਿੰਦਾ ਦੇ ਦੋਸ਼ ਤੋਂ ਬਚਾਅ ਹੋ ਜਾਵੇ, ਯਾਨੀ ਘੋਰ ਨਰਕਾਂ ਤੋਂ ਬਚਾਅ ਹੋ ਜਾਵੇ। ਹਰੀ ਜਸ ਤਾਂ ਇਸਨੇ ਕਰਨਾ ਕੋਈ ਨਾ ਹੋਇਆ। ਇਸ ਵਾਸਤੇ ਇਉਂ ਕਹਿੰਦੇ ਨੇ, ਪਰ ਭਾਈ ਗੁਰਦਾਸ ਕਹਿੰਦੇ ਨੇ ਤ੍ਰਿਗਜੇ ਬਾ ਗੁਰ ਸ਼ਬਦ ਬਿਨਾ। ਹੋਰ ਮੰਤਰ ਸਿਮਰਣੀ ਜ਼ੁਬਾਨ ਨੂੰ ਧਿਕਾਰ ਹੈ। ਜੋ ਹਰੀ ਜਸ ਨਹੀਂ ਕਰਦੀ ਉਹ ਤਾਂ ਨੀਚੇ ਹਨ ਹੱਥ ਪੈਰ। ਹੱਥਾਂ ਪੈਰਾਂ ਨੂੰ ਵੀ ਧਿਕਾਰਯੋਗ ਦੱਸਿਆ ਸੇਵਾ ਤੋਂ ਬਿਨਾਂ। ਕਿਰਕਾਰ ਹੱਥਾਂ ਪੈਰਾਂ ਨੂੰ, ਕਿਰਕਾਰ ਹੱਥਾਂ ਪੈਰਾਂ ਨੂੰ, ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ। ਹੱਥਾਂ ਪੈਰਾਂ ਨੂੰ ਸੇਵਾ ਤੋਂ ਬਿਨਾਂ ਧਿਕਾਰਯੋਗ ਦੱਸਿਆ। ਇੱਕ ਦਫਾ ਜੇਠ ਹਾੜ ਦਾ ਮਹੀਨਾ, ਸਖਤ ਲੂਆਂ ਚਲਦੀਆਂ ਹਨ, ਗਰਮੀ ਪੈਂਦੀ ਹੈ। ਲੂਆਂ ਦੇ ਚੱਲਣ ਕਰਕੇ ਸਾਰੀ ਪ੍ਰਿਥਵੀ ਅਤੇ ਉਸਦੇ ਪਦਾਰਥ ਇਉਂ ਤਪਦੇ ਹਨ ਜਿਵੇਂ ਈਰਖਾਲੂ ਪੁਰਸ਼ ਦਾ ਚਿੱਤ ਤਪਿਆ ਕਰਦਾ ਹੈ। ਬਾਰ ਬਾਰ ਪਿਆਸ ਲੱਗਦੀ ਹੈ ਗਰਮੀ ਕਰਕੇ। ਗੁਰੂ ਕਲਗੀਧਰ ਮਹਾਰਾਜ ਦਾ ਦਰਬਾਰ ਸਜਿਆ ਹੈ ਸ੍ਰੀ ਅਨੰਦਪੁਰ ਸਾਹਿਬ। ਸਭ ਨੂੰ ਪਾਣੀ ਮਿਲਦਾ ਹੈ, ਪੱਖੇ ਚੱਲਦੇ ਹਨ। ਹਜ਼ੂਰ ਨੂੰ ਵੀ ਪਿਆਸ ਲੱਗੀ, ਉੱਚੀ ਆਵਾਜ਼ ਨਾਲ ਕਿਹਾ ਜਲ ਪਾਣੀ। ਸੇਵਾਦਾਰ ਗੜਵਈ ਸਿੱਖ ਪਾਸ ਨਹੀਂ ਸੀ। ਸਾਹਮਣੇ ਇੱਕ ਕਿਸ਼ੋਰ ਅਵਸਥਾ ਦਾ 13-14 ਸਾਲ ਦੀ ਉਮਰ ਦਾ ਕਿਸੇ ਅਮੀਰ ਦਾ ਲੜਕਾ, ਬੜਾ ਖੂਬਸੂਰਤ ਸਰੀਰ ਹੈ, ਕੀਮਤੀ ਬਸਤਰ ਪਹਿਨੇ ਹੋਏ ਹਨ, ਉੱਠ ਕੇ ਜਾਂਦਾ ਹੈ। ਹੱਥ ਧੋ ਕੇ ਸ਼ੁੱਧੀ ਦੇ ਨਾਲ ਠੰਡੇ ਜਲ ਦਾ ਕਟੋਰਾ ਭਰ ਕੇ ਲੈ ਆਉਂਦਾ। ਉਹ ਕਟੋਰਾ ਗੁਰੂ ਜੀ ਨੇ ਆਪਣੇ ਹੱਥ 'ਤੇ ਲੈ ਲਿਆ। ਉਸ ਭੁਜੰਗੀ ਦੇ ਸਿਰ ਤੋਂ ਪੈਰਾਂ ਤੱਕ ਨਿਗਾਹ ਦੌੜਾਈ, ਭਾਂਪਿਆ ਕਿਸੇ ਅਮੀਰ ਦਾ ਪੁੱਤਰ ਹੈ, ਕਿਉਂਕਿ ਹੱਥ ਪੈਰ ਬੜੇ ਕੋਮਲ ਹਨ ਅਤੇ ਬਸਤਰ ਬੜੇ ਕੀਮਤੀ ਪਹਿਨੇ ਹਨ। ਪੁੱਛਣ ਲੱਗੇ ਕਾਕਾ ਬੀਬਾ ਕਿਸ ਦਾ ਪੁੱਤਰ ਹੈ? ਉਸਨੇ ਅਰਜ਼ ਕੀਤੀ ਗਰੀਬ ਨਵਾਜ਼, ਮੇਰਾ ਪਿਤਾ ਇੱਕ ਬਹੁਤ ਵੱਡਾ ਸੇਠ ਆਦਮੀ ਹੈ। ਹਾਂ, ਗੁਰੂ ਜੀ ਕਹਿਣ ਲੱਗੇ ਇਹ ਤਾਂ ਗੱਲ ਠੀਕ ਹੈ, ਪਰ ਇਉਂ ਪ੍ਰਤੀਤ ਹੁੰਦਾ ਭਾਈ ਤੈਂ ਕਦੇ ਇਹਨਾਂ ਹੱਥਾਂ ਨਾਲ ਸੇਵਾ ਨਹੀਂ ਕੀਤੀ, ਕਿਉਂਕਿ ਤੇਰੇ ਹੱਥ ਬੜੇ ਕੋਮਲ ਦਿੰਦੇ ਹਨ। ਉਹ ਕਹਿੰਦਾ ਗਰੀਬ ਨਵਾਜ਼, ਪਹਿਲਾ ਦਿਨ ਹਜ਼ੂਰ ਨੂੰ ਜਲ ਦਾ ਕਟੋਰਾ ਭਰ ਕੇ ਦਿੱਤਾ ਹੈ, ਅੱਗੇ ਕਦੇ ਕੋਈ ਸੇਵਾ ਨਹੀਂ ਕੀਤੀ। ਫਿਰ ਗੁਰੂ ਜੀ ਨੇ ਪੁੱਛਣਾ ਸ਼ੁਰੂ ਕੀਤਾ ਕਦੇ ਇਹਨਾਂ ਹੱਥਾਂ ਨਾਲ ਸਾਧ ਸੰਗਤ ਦੇ ਜੁੱਤੇ ਝਾੜੇ ਹੋਣ? ਉਸਨੇ ਕਿਹਾ ਨਹੀਂ ਗਰੀਬ ਨਵਾਜ਼। ਫਿਰ ਪੁੱਛਿਆ ਇਹਨਾਂ ਹੱਥਾਂ ਨਾਲ ਕਦੇ ਗੁਰੂ ਕੇ ਲੰਗਰ ਵਿੱਚ ਪਹੁੰਚ ਕੇ ਕੋਈ ਸੇਵਾ ਲੰਗਰ ਦੀ ਜਾਂ ਸਾਧ ਸੰਗਤ ਦੇ ਜੂਠੇ ਬਰਤਨ ਮਾਂਜੇ ਹੋਣ? ਉਸਨੇ ਕਿਹਾ ਨਹੀਂ ਸੱਚੇ ਪਾਤਸ਼ਾਹ। ਫਿਰ ਪੁੱਛਿਆ ਕਦੇ ਤੱਪੜ ਵਿਛਾਏ ਹੋਣ ਸਾਧ ਸੰਗਤ ਦੇ? ਉਸਨੇ ਕਿਹਾ ਨਹੀਂ ਗਰੀਬ ਨਵਾਜ਼। ਕੋਈ ਝਾੜੂ ਦਿੱਤਾ ਹੋਵੇ ਗੁਰੂ ਸਥਾਨ ਵਿੱਚ ਜਾ ਕੇ? ਨਹੀਂ ਸੱਚੇ ਪਾਤਸ਼ਾਹ। ਜਲ ਢੋਇਆ ਹੋਵੇ ਸਾਧ ਸੰਗਤ ਦੇ ਵਾਸਤੇ? ਉਸਨੇ ਕਿਹਾ ਨਹੀਂ ਜੀ ਗਰੀਬ ਨਵਾਜ਼। ਪੱਖਾ ਮਾਰਿਆ ਹੋਵੇ? ਉਸਨੇ ਕਿਹਾ ਕਦੇ ਵੀ ਨਹੀਂ। ਇਸੀ ਤਰ੍ਹਾਂ ਸਾਰੀਆਂ ਗੱਲਾਂ ਪੁੱਛੀਆਂ। ਜਦੋਂ ਸਮਝਿਆ ਵੀ ਇਹਨਾਂ ਹੱਥਾਂ ਨਾਲ ਕਦੇ ਕੋਈ ਸਤਕਰਮ ਨਹੀਂ ਕੀਤਾ,
ਗੁਰੂ ਜੀ ਨੇ ਉਹ ਕਟੋਰਾ ਸਣੇ ਪਾਣੀ ਫੇਂਕ ਦਿੱਤਾ। ਕੀਰਤਨ ਉੱਚੀ ਹੋ ਰਿਹਾ ਸੀ, ਸਾਰੀ ਸੰਗਤ ਦੀ ਨਿਗਾਹ ਗੁਰੂ ਜੀ ਵੱਲ ਸੀ। ਪਾਣੀ ਮੰਗਣ ਵੇਲੇ ਸਭ ਨੂੰ ਪਤਾ ਲੱਗਾ ਸੀ ਵੀ ਜਲ ਮੰਗਿਆ ਗੁਰੂ ਜੀ ਨੇ ਪਿਆਸ ਦੇ ਬਾਇਸ। ਗੜਵੀ ਬਰਦਾਰ ਸਿੱਖ ਪਾਸ ਨਹੀਂ ਸੀ, ਇਹ ਕੋਈ ਭਚੰਗੀ ਹੈ, ਕਿਸੇ ਅਮੀਰ ਦਾ ਲੜਕਾ। ਇਹ ਪਾਣੀ ਲਿਆ ਹੱਥ ਧੋ ਕੇ, ਪਰ ਪਤਾ ਨਹੀਂ ਇਹਦੇ ਵਿੱਚ ਕਿੰਨਾ ਕੁ ਨੁਕਸ ਹੋਣਾ ਹੈ, ਇਹਦੇ ਵਿੱਚ ਕਿੰਨੇ ਕੁ ਗੁਨਾਹ ਹੋਣੇ ਹਨ, ਜਿਸ ਕਰਕੇ ਇਹਦੇ ਹੱਥੋਂ ਗੁਰੂ ਜੀ ਨੇ ਪਾਣੀ ਨਹੀਂ ਪੀਤਾ। ਇਉਂ ਸਾਰਿਆਂ ਦੇ ਦਿਲ ਵਿੱਚ ਇਹੋ ਜਿਹੇ ਫੁਰਨੇ ਉੱਠਦੇ ਸਨ। ਗੁਰੂ ਜੀ ਨੇ ਸਭ ਦੇ ਦਿਲ ਦੀ ਜਾਣ ਕੇ ਉਹਦਾ ਸ਼ੰਕਾ ਦੂਰ ਕਰਨ ਵਾਸਤੇ ਔਰ ਕੁਝ ਸਿੱਖਿਆ ਦੇਣ ਵਾਸਤੇ ਕੀਰਤਨ ਬੰਦ ਕਰਕੇ ਉੱਚੀ ਆਵਾਜ਼ ਨਾਲ ਸਭ ਨੂੰ ਵਾਜ਼ਿਆ ਕਰਕੇ ਕਿਹਾ, ਪ੍ਰੇਮੀਓ, ਤੁਹਾਡੇ ਵਿੱਚ ਕੋਈ ਇਹੋ ਜਿਹਾ ਮਾਈ ਭਾਈ ਵੀ ਹੈ ਜੋ ਮੁਰਦੇ ਨੂੰ ਛੋਹ ਕੇ ਪਾਣੀ ਪੀ ਲਵੇ ਜਾਂ ਭੋਜਨ ਛਕ ਲਵੇ? ਸਭ ਨੇ ਅਰਜ਼ ਕੀਤੀ, ਨਹੀਂ ਗਰੀਬ ਨਵਾਜ਼, ਮੁਰਦੇ ਨੂੰ ਛੁਇਆ ਨਾ ਕੋਈ ਪਾਣੀ ਪੀਂਦਾ, ਨਾ ਕੋਈ ਭੋਜਨ ਛਕਦਾ ਹੈ, ਕਿਉਂਕਿ ਮੁਰਦੇ ਨੂੰ ਟੱਚ ਹੋਈ ਚੀਜ਼ ਜਿਹੜੀ ਹੈ ਅਸ਼ੁੱਧ ਹੋ ਜਾਂਦੀ ਹੈ। ਹੋਰ ਤਾਂ ਕੀ, ਜੇ ਕਿਤੇ ਕਿਤੇ ਕਿਸੇ ਪ੍ਰਾਣੀ ਦਾ ਮ੍ਰਿਤੂ ਹੋ ਜਾਂਦਾ ਹੈ, ਲੋਕੀ ਸ਼ਮਸ਼ਾਨ ਭੂਮਿਕਾ ਤਾਂ ਹੀ ਉਹਦੇ ਪਿੱਛੇ ਮਜਲ ਜਾਂਦੇ ਹਨ। ਵਾਪਸ ਆ ਕੇ ਨਹਾ ਧੋ ਕੇ ਕੱਪੜੇ ਬਦਲ ਕੇ ਫਿਰ ਕੁਝ ਖਾਂਦੇ ਪੀਂਦੇ ਹਨ। ਉਹਦੇ ਪਿੱਛੇ ਜਾਣ ਕਰਕੇ ਹੀ ਆਪਣੇ ਆਪ ਨੂੰ ਇਤਨਾ ਅਸ਼ੁੱਧ ਮੰਨਦੇ ਹਨ। ਅਤੇ ਮੁਰਦੇ ਨੂੰ ਛੋਈ ਵਸਤੂ ਤਾਂ ਕੌਣ ਪੀਂਦਾ ਅਤੇ ਕੌਣ ਖਾਂਦਾ ਹੈ? ਗੁਰੂ ਜੀ ਕਹਿਣ ਲੱਗੇ, ਭਾਈ ਜਦੋਂ ਲੋਕ ਇਉਂ ਕਰਦੇ ਹੈ, ਮੈਂ ਮੁਰਦੇ ਨੂੰ ਛੋਇਆ ਪਾਣੀ ਕਿਉਂ ਪੀ ਲਵਾਂ? ਸਭ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ, ਮੁਰਦਾ ਤਾਂ ਨਹੀਂ, ਇਹ ਤਾਂ ਜਿਉਂਦਾ ਹੈ। ਕਿਸੇ ਅਮੀਰ ਦਾ ਲੜਕਾ ਸ਼ੁੱਧੀ ਨਾਲ ਹੱਥ ਧੋ ਕੇ ਲਿਆਇਆ ਹੈ। ਗੁਰੂ ਦਸ਼ਮੇਸ਼ ਜੀ ਕਹਿੰਦੇ, ਕੀ ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਵਚਨ ਭੁੱਲ ਗਿਆ? ਗੁਰੂ ਨਾਨਕ ਜੀ ਨੇ ਕਿਹਨੂੰ ਮੁਰਦਾ ਕਿਹਾ ਹੈ? ਸਭ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਦੱਸੋ, ਗੁਰੂ ਬਾਬਾ ਜੀ ਕਿਸ ਨੂੰ ਮੁਰਦਾ ਕਹਿੰਦੇ ਨੇ? ਆਪ ਜੀ ਫਰਮਾਉਂਦੇ ਹਨ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ। ਗੁਰੂ ਜੀ ਤਾਂ ਉਹਨੂੰ ਮੁਰਦਾ ਕਹਿੰਦੇ ਹਨ ਜਿਹਦੇ ਚਿੱਤ ਵਿੱਚ ਰੱਬ ਦਾ ਪਿਆਰ ਨਹੀਂ। ਰੱਬ ਦਾ ਪਿਆਰ ਨਾ ਹੋਣ ਕਰਕੇ ਸੇਵਾ ਨਹੀਂ ਕਰਦਾ, ਭਗਤੀ ਨਹੀਂ ਕਰਦਾ, ਉਹਨੂੰ ਗੁਰੂ ਜੀ ਮੁਰਦਾ ਕਹਿੰਦੇ ਨੇ। ਉਹ ਪੜ੍ਹੋ, ਮਿਰਤਕ ਕਹੀਏ ਨਾਨਕਾ, ਮਿਰਤਕ ਕਹੀਏ ਨਾਨਕਾ, ਮਿਰਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ, ਉਹਨੂੰ ਮੁਰਦਾ ਕਹਿੰਦੇ। ਜਿਹਦੇ ਚਿੱਤ ਵਿੱਚ ਰੱਬ ਦਾ ਪਿਆਰ ਨਹੀਂ, ਭਾਵੇਂ ਅਤ ਸੁੰਦਰ ਸਰੀਰ ਦਾ ਬਹੁਤ ਹੀ ਖੂਬਸੂਰਤ ਕਿਉਂ ਨਾ ਹੋ, ਕੁਲੀਨ ਬਹੁਤ ਚੰਗੀ ਕੁਲ ਦਾ ਵੀ ਕਿਉਂ ਨਾ ਹੋ, ਚਤਰ ਗੱਲਾਂ ਬਾਤਾਂ ਵਿੱਚ ਹੁਸ਼ਿਆਰ ਕਿਉਂ ਨਾ ਹੋ, ਮੁਖ ਗਿਆਨੀ, ਇੱਕ ਹੁੰਦੇ ਨੇ ਬ੍ਰਹਮ ਗਿਆਨੀ, ਇੱਕ ਹੁੰਦੇ ਨੇ ਵਾਚਕ ਗਿਆਨੀ। ਬ੍ਰਹਮ ਗਿਆਨੀ ਉਹ ਹੁੰਦੇ ਨੇ ਜੋ ਪ੍ਰਭੂ ਨੂੰ ਮਿਲੇ ਹੁੰਦੇ ਹਨ। ਵਾਚਕ ਗਿਆਨੀ ਉਹ ਹੁੰਦੇ ਨੇ ਜਿਹੜੇ ਨਿਰਾਪੁਰਾ ਪੜ੍ਹੇ ਹੁੰਦੇ ਹਨ। ਇੱਥੇ ਕਹਿੰਦੇ ਨੇ ਮੁਖ ਗਿਆਨੀ ਜਾਂ ਵਾਚਕ ਗਿਆਨੀ। ਮੁਖ ਗਿਆਨੀ ਧਨਵੰਤ, ਧਨਾੜ ਵੀ ਭਾਵੇਂ ਕਿਤਨਾ ਹੋਵੇ, ਇਹ ਸਾਰੀਆਂ ਸਿਫਤਾਂ ਉਸ ਵਿੱਚ ਪਾਈਆਂ ਜਾਂਦੀਆਂ ਹੋਣ, ਪਰ ਜੇ ਉਹਦੇ ਚਿੱਤ ਵਿੱਚ ਰੱਬ ਦਾ ਪਿਆਰ ਨਹੀਂ, ਰੱਬ ਦਾ ਪਿਆਰ ਨਾ ਹੋਣ ਕਰਕੇ ਸੇਵਾ ਔਰ ਭਗਤੀ ਨਹੀਂ ਕਰਦਾ, ਉਹਦਾ ਦਰਜਾ ਮੁਰਦਿਆਂ ਵਿੱਚ ਹੈ। ਮਿਰਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ। ਇਉਂ ਦੱਸਿਆ, ਪਰ ਉਸ ਤੋਂ ਉਲਟਿਓਂ ਵੀ ਦੱਸਿਆ ਗੁਰੂ ਜੀ ਨੇ
ਜਿਹੜੇ ਸੇਵਾ ਭਗਤੀ ਕਰਕੇ ਵਾਹਿਗੁਰੂ ਅੰਤਰਜਾਮੀ ਦਾ ਆਤਮ ਰਸ ਪ੍ਰਾਪਤ ਕੀਤਾ ਹੈ, ਉਹਨਾਂ ਦਾ ਦਰਜਾ ਕਿੰਨਾ ਵੱਡਾ ਦੱਸਿਆ। ਆਤਮ ਰਸ ਜੀ ਜਾਣਿਆ ਹਰ ਰੰਗ ਸਹਿਜੇ ਮਾਣ, ਨਾਨਕ ਧੰਨ 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 ਜਨ ਆਏ ਤੇ ਪ੍ਰਵਾਨ। ਜਿਨ੍ਹਾਂ ਨੇ ਸੇਵਾ ਭਗਤੀ ਕਰਕੇ ਆਤਮ ਰਸ ਪ੍ਰਾਪਤ ਕੀਤਾ ਹੈ, ਉਹਨਾਂ ਦਾ ਦੁਨੀਆ 'ਤੇ ਆਉਣਾ ਧੰਨਤਾ ਯੋਗ ਹੈ। ਤਿੰਨਾਂ ਲੋਕਾਂ ਤਿੰਨਾਂ ਕਾਲਾਂ ਵਿੱਚ ਉਹ ਧੰਨਤਾ ਯੋਗ ਹੈ। ਸਾਹਿਬ ਦਸਮ ਪਾਤਸ਼ਾਹ ਉਸ ਦੀ ਬਾਬਤ ਇਉਂ ਕਹਿੰਦੇ ਹਨ, ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੂੰਹ ਮੈਂ ਤਾਸ਼ ਮੈਂ ਰੰਚਕ ਨਾਹੀ ਭੇਦ। ਜਿਸਨੇ ਸੇਵਾ ਭਗਤੀ ਕਰਕੇ ਆਤਮ ਰਸ ਪ੍ਰਾਪਤ ਕੀਤਾ ਹੈ, ਉਹ ਹੈ ਖਾਲਸਾ। ਉਹਦੇ ਵਿੱਚ ਮੇਰੇ ਵਿੱਚ ਰੱਬ ਵਿੱਚ ਰਤੀ ਮਾਤਰ ਵੀ ਫਰਕ ਨਹੀਂ ਹੈ। ਤਾਂ ਤੇ ਸੇਵਾ ਕਰਕੇ ਭਜਨ ਕਰਕੇ ਇਹੋ ਜਿਹੇ ਮੁਰਾਤਬੇ ਭਗਤ ਕਬੀਰ, ਨਾਮਦੇਵ, ਰਵਿਦਾਸ, ਧੰਨਾ, ਸੈਨ ਔਰ ਵਾਲਮੀਕ ਜੈਸੇ ਸੇਵਾ ਭਗਤੀ ਕਰਕੇ ਕਹੇ ਜਿਹੇ ਮੁਰਾਤਬੇ ਨੂੰ ਪ੍ਰਾਪਤ ਹੋਏ ਹਨ। ਗੁਰੂ ਜੀ ਉਹਨਾਂ ਸੰਗਤਾਂ ਨੂੰ ਇਸ਼ਾਰਾ ਕਰਕੇ ਕਹਿੰਦੇ ਪ੍ਰੇਮੀਓ ਸੇਵਾ ਕਰਿਆ ਕਰੋ। ਹੱਥ ਪੈਰ ਤਦੇ ਸਫਲੇ ਹੁੰਦੇ ਹਨ, ਵਰਨਾ ਸੇਵਾ ਤੋਂ ਬਿਨਾਂ ਹੱਥਾਂ ਪੈਰਾਂ ਨੂੰ ਭਾਈ ਗੁਰਦਾਸ ਤੇ ਕਾਰਜੋਗ ਦੱਸਦੇ ਹਨ। ਬਿਨ ਸੇਵਾ ਤ੍ਰਿਗ ਹੱਥ ਪੈਰ ਔਰ ਨਿਫਲ ਕਰਨੀ। ਤਿਰਕਾਰ ਹੱਥਾਂ ਪੈਰਾਂ ਨੂੰ, ਤਿਰਕਾਰ ਹੱਥਾਂ ਪੈਰਾਂ ਨੂੰ, ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਭਾਈ ਗੁਰਦਾਸ ਨੇ ਸਿਰ ਤੋਂ ਲਾ ਕੇ ਪੈਰਾਂ ਤੱਕ ਸਾਰੇ ਅੰਗਾਂ ਨੂੰ, ਸਿਰ ਨੂੰ ਨਮਸਕਾਰ ਭਗਤੀ ਤੋਂ ਬਿਨਾਂ ਧਿਕਾਰਯੋਗ ਦੱਸਿਆ, ਔਰ ਅੱਖਾਂ ਨੂੰ ਗੁਰੂ ਦਰਸ਼ਨ ਤੋਂ ਬਿਨਾਂ ਧਿਕਾਰਯੋਗ ਦੱਸਿਆ, ਕੰਨਾਂ ਨੂੰ ਹਰੀ ਜਸ ਸੁਣਨ ਤੋਂ ਬਿਨਾਂ ਧਿਕਾਰਯੋਗ ਦੱਸਿਆ, ਜ਼ੁਬਾਨ ਨੂੰ ਹਰੀ ਜਸ ਕਰਨ ਤੋਂ ਬਿਨਾਂ ਧਿਕਾਰਯੋਗ ਦੱਸਿਆ, ਹੱਥਾਂ ਪੈਰਾਂ ਨੂੰ ਸੇਵਾ ਕਰਨ ਤੋਂ ਬਿਨਾਂ ਧਿਕਾਰਯੋਗ ਦੱਸਿਆ ਹੈ। ਸੋ ਇਸ ਕਰਕੇ ਦੂਸਰੇ ਪਾਸੇ ਜਿਨ੍ਹਾਂ ਨੇ ਸੇਵਾ ਭਗਤੀ ਕਰਕੇ ਉੱਚ ਮੁਰਾਤਬੇ ਹਾਸਲ ਕੀਤੇ, ਉਹ ਪ੍ਰਭੂ ਦੇ ਵਿੱਚ ਹੀ ਮਿਲ ਗਏ। ਪੀਰ ਮੁਰੀਦਾਂ ਪਿਰਹੜੀ ਸੁਖ ਸਤਿਗੁਰ ਸ਼ਰਣੀ। ਇਸ ਤੋਂ ਉਲਟ ਗੁਰਸਿੱਖਾਂ ਦੀ ਗੁਰੂ ਚਰਨਾਂ ਨਾਲ ਪ੍ਰੀਤੀ ਹੈ, ਜਿਸ ਕਰਕੇ ਉਹ ਇਹੋ ਜਿਹਾ ਆਤਮ ਸੁਖ ਪ੍ਰਾਪਤ ਕਰਦੇ ਹਨ ਜੋ ਪਰਮੇਸ਼ਰ ਰੂਪ ਹੀ ਬਣ ਜਾਂਦੇ ਹਨ। ਤਾਂ ਤੇ ਮਾਨੁਕ ਤਨ ਦੀ ਸਫਲਤਾ ਵਾਹਿਗੁਰੂ ਦੀ ਭਗਤੀ ਸੇਵਾ ਕੀਤਿਆਂ ਇਸ ਨੂੰ ਵਿਅਰਥ ਨਾ ਜਾਣ ਦਿਓ। ਸਾਰੀਆਂ ਦਾਤਾਂ ਵਾਹਿਗੁਰੂ ਦੀਆਂ ਹਨ। ਵਾਹਿਗੁਰੂ ਨੇ ਐਸਾ ਸਰੀਰ ਬਖਸ਼ਿਆ ਹੈ, ਜੈਮ ਪ੍ਰਸ਼ਾਦ ਆਰੋਗ ਕੰਚਨ ਦੇਹੀ, ਲਿਵ ਲਾਭੋ ਤਿਸ ਰਾਮ ਸਨੇਹੀ। ਜਿਸ ਵਾਹਿਗੁਰੂ ਦੀ ਕਿਰਪਾ ਕਰਕੇ ਸਭ ਕੁਝ ਸਾਰੇ ਪਦਾਰਥ ਮਿਲੇ ਹਨ, ਸਾਰੀਆਂ ਦਾਤਾਂ ਮਿਲੀਆਂ ਹਨ, ਉਸ ਨੂੰ ਭੁਲਾ ਦੇਣਾ ਅਕਿਰਤ ਘਣਤਾ ਹੈ, ਉਸ ਨੂੰ ਭੁਲਾ ਦੇਣਾ ਬੇਮੁਖਤਾਈ ਹੈ। ਇਸ ਕਰਕੇ ਤਾਂ ਹੀ ਦੱਸਿਆ ਹੈ, ਦਾਤ ਪਿਆਰੀ ਵਿਸਰਿਆ ਦਾਤਾਰ। ਜਿਹੜੇ ਮਨਮੁਖ ਹਨ ਉਹਨਾਂ ਨੇ ਦਾਤਾਂ ਨਾਲ ਪਿਆਰ ਪਾ ਲਿਆ, ਦਾਤਾਰ ਨੂੰ ਭੁਲਾਤਾ। ਲੇਕਿਨ ਜਿਹੜੇ ਗੁਰਮੁਖ ਹਨ ਉਹਦੀਆਂ ਦਾਤਾਂ ਨੂੰ ਪਾ ਕੇ ਸ਼ੁਕਰ ਕਰਦੇ ਹਨ ਅਤੇ ਦਾਤਾਰ ਨੂੰ ਯਾਦ ਰੱਖਦੇ ਹਨ, ਅਗੰਤ ਵੀ ਆਪਣਾ ਸਵਾਰ ਲੈਂਦੇ ਹਨ।
ਮਨਮੁਖਾਂ ਨੇ ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣ ਕੇ ਮੁਖਾਂ ਨੇ ਵਿਸਾਰ ਦਿੱਤਾ, ਦਾਤ ਨੂੰ ਪਿਆਰੀ ਜਾਣ ਕੇ ਮਨਮੁਖ ਉਸਨੂੰ ਕਹਿੰਦੇ ਜੋ ਮਨ ਦੇ ਕਹੇ ਅਨੁਸਾਰ ਚੱਲੇ। ਗੁਰਮੁਖ ਨੂੰ ਕਹਿੰਦੇ ਜੋ ਗੁਰੂ ਦਾ ਬਣ ਕੇ ਵਾਹਿਗੁਰੂ ਦੀ ਭਗਤੀ ਕਰੇ। ਅਤੇ ਗੁਰਮੁਖ ਬਣ ਕੇ ਜਨਮ ਸਫਲਾ ਕਰੋ, ਮਨਮੁਖ ਬਣ ਕੇ ਜਨਮ ਨੂੰ ਖਰਾਬ ਨਾ ਕਰੋ। ਮਸਾਂ ਮਨੁੱਖਾਂ ਦੇ ਹੱਥ ਆਈ ਹੈ, ਇਸ ਨੂੰ ਸਫਲਾ ਕਰ ਲਓ, ਲੋਕ ਪਰਲੋਕ ਦੋਵੇਂ ਸਵਾਰ ਲਓ। ਸੋ ਆਓ ਇਤਨੇ ਦਿਨ ਆਪ ਨੂੰ ਜਿਹੜੀਆਂ ਵਿਚਾਰਾਂ ਪ੍ਰਾਪਤ ਹੋਈਆਂ ਹਨ, ਇਹਨਾਂ ਦਾ ਲੁੱਬੇ ਲਵਾਬ ਇਹੀ ਹੈ, ਇਹਨਾਂ ਦਾ ਨਿਚੋੜ ਇਹੀ ਹੈ। ਵਾਹਿਗੁਰੂ ਦੀ ਭਗਤੀ ਕਰੋ, ਸਾਰੇ ਸਰੀਰ ਦੇ ਅੰਗਾਂ ਨੂੰ ਸੇਵਾ ਭਗਤੀ ਵਿੱਚ ਲਾ ਕੇ ਸਫਲਾ ਕਰਨ ਦੀ ਕੋਸ਼ਿਸ਼ ਕਰੋ। ਖੇਚਲ ਕਰਿਆ ਕਰੋ, ਜਨਮ ਸਫਲਾ ਹੋ ਜਾਏਗਾ, ਕੋਈ ਮੁਸ਼ਕਿਲ ਗੱਲ ਨਹੀਂ ਹੈ। ਥੋੜ੍ਹੇ ਜਿਹੇ ਉਦਮ ਦੀ ਹੀ ਲੋੜ ਹੈ। ਆਓ ਹੁਣ ਸਮੇਂ ਨੂੰ ਮੁੱਖ ਰੱਖ ਕੇ ਸਾਰੇ ਪ੍ਰੇਮੀ ਪਹਿਲੇ ਆਨੰਦ ਸਾਹਿਬ ਦੇ ਵਿੱਚ ਬੋਲੋ, ਉਸ ਤੋਂ ਬਾਅਦ ਗੁਰੂ ਸਤੋਤਰ ਪੜ੍ਹਾਂਗੇ, ਫਿਰ ਅਰਦਾਸ ਹੋਵੇਗੀ। ਅਰਦਾਸ ਤੋਂ ਬਾਅਦ ਹੁਕਮਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ ਚਾਲੇ ਪਾਉਣੇ। ਕੱਲ੍ਹ ਦਾ ਅਤੇ ਅਗਲਾ ਜੋ ਪ੍ਰੋਗਰਾਮ ਆਪ ਨੂੰ ਸਾਰਾ ਫਿਰ ਸੁਣਾਇਆ ਜਾਏਗਾ। ਰਾਮਕਲੀ ਮਹਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਸੁਣ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। Hare
ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ। ਤਾਕੋ ਵਿਘਨ ਨ ਕੋ ਲਾਗੈ ਜਾ ਕੀ ਪ੍ਰਭ ਆਗੇ ਅਰਦਾਸ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪਿਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੇ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਸ਼ਲੋਕ ਮਹੱਲਾ ਦੂਜਾ। ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ। ਤਿਸੇ ਅੱਗੇ ਨਾਨਕਾ ਖਲੈ ਕੀਚੈ ਅਰਦਾਸ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀਵਾ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀਵਾ। ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀਵਾ।
ਜਿਨ੍ਹਾਂ ਗੁਰਮੁਖਾਂ ਨਾਮ ਜਪਿਆ, ਵੰਡ ਛਕਿਆ, ਧਰਮ ਹੈ ਸੀਸ ਦਿੱਤੇ, ਚਰਖੀਆਂ ਤੇ ਚੜੇ, ਬੰਦ ਬੰਦ ਕੁਟਵਾਏ, ਸਿਦਕ ਨਹੀਂ ਹਾਰਿਆ। ਤਿੰਨਾਂ ਸਚਿਆਰਿਆਂ ਪਿਆਰਿਆਂ ਸਿਦਕਵਾਨ ਸਿੱਖਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਪਤ ਕਾ ਰਾਖਾ ਆਪ, ਕਾਲ ਪੁਰਖ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ। ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਸੱਚੇ ਪਾਤਸ਼ਾਹ, ਸਿੱਖੀ ਸਿਧ ਕੇਸਾਂ ਸਵਾਸਾਂ ਸੰਗ ਨਿਭਾਉਣਾ। ਹੇ ਕਰਣਾ ਨਿਧਾਨ ਸਤਿਗੁਰੂ ਜੀਓ, ਆਪ ਜੀ ਦੇ ਹਜ਼ੂਰ ਦੀਵਾਨ ਸਜਾਏ ਹਨ, ਕੀਰਤਨ ਬਖਿਆਨ ਹੋਏ ਹਨ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ, ਅੱਗੇ ਵਾਸਤੇ ਸੁਧ ਸਪਸ਼ਟ ਕੀਰਤਨ ਬਖਿਆਨ ਕਰਨ ਦਾ ਬਲ ਬਖਸ਼ੋ। ਹੇ ਮਿਹਰਬਾਨ ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਹਨ, ਇਹਨਾਂ ਦਾ ਪ੍ਰਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ। ਆਈ ਸੰਗਤ ਦੀ ਹਾਜ਼ਰੀ ਆਪ ਜੀ ਦੇ ਦਰ ਤੇ ਪ੍ਰਵਾਨ ਕਰੋ, ਨਾਮਦਾਨ ਸਿੱਖੀ ਦਾਨ ਭਰੋਸਾ ਬਖਸ਼ੋ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਭੋਗ ਲਾਓ, ਸੀਤ ਪ੍ਰਸ਼ਾਦ ਸਾਧ ਸੰਗਤ ਕੋ ਮਿਲੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਤੋਂ ਬਚਾ ਕੇ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਬਖਸ਼ੋ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ, ਅਠੇ ਪਹਿਰ ਚਿਤ ਆਵੇ। ਕਲਾ ਵਾਹਿਗੁਰੂ ਜੀ ਕੀ ਵਰਤੇ, ਧੰਨ ਗੁਰੂ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸੰਦੜਿਆ ਦੁਰਮਤ ਬੰਜੈ, ਮਿੱਤਰ ਸਾਡੇ ਸਈ। ਹਾਂ ਢੂੰਡੇਂਦੀ ਜਗ ਸਵਾਇਆ, ਜਨ ਨਾਨਕ ਬਿਰਲੇ ਕਈ। ਸ਼੍ਰੀ ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕਰ, ਰਾਖੈ ਜਨ ਕੀ ਆਪ। ਤਰਨ ਤਾਰਨ ਹਰ ਨਿਧ, ਦੁਖ ਨਾ ਸਕੈ ਵਿਆਪ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੂਝੈ। ਇਹ ਜਤਨ ਕਾਟ ਕਲ ਕਾਲ। ਰਹਾਉ ਆਦ ਅੰਤ ਦਇਆਲ ਪੂਰਨ, ਤਿਸ ਬਿਨਾ ਨਹੀਂ ਕੋਏ। ਜਨਮ ਮਰਨ ਨਿਵਾਰ ਹਰ ਜਪ, ਸਿਮਰ ਸੁਆਮੀ ਸੋਏ। ਵੇਦ ਸਿਮਰਤ ਕਥਾ ਸਾਸਤ, ਭਗਤ ਕਰੇ ਵਿਚਾਰ। ਮੁਕਤ ਪਾਈਐ ਸਾਧ ਸੰਗਤ, ਬਿਨ ਸਜਾਏ ਅੰਧਾਰ। ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ। ਤਾਨ ਮਾਨ ਦੀਵਾਨ ਸਾਚਾ, ਨਾਨਕ ਕੀ ਪ੍ਰਵਟੇਕ। ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ। ਤਾਨ ਮਾਨ ਦੀਵਾਨ ਸਾਚਾ, ਨਾਨਕ ਕੀ ਪ੍ਰਵਟੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ, ਆਪ ਜੀ ਨੂੰ ਪਤਾ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਰਮਕਾਰੀ ਸਾਧ ਸੰਗਤ, ਆਪ ਸਭ ਨੂੰ ਪਤਾ ਹੀ ਹੈ ਕਿ ਹੀਰ ਦੇ ਦੀਵਾਨਾਂ ਦਾ ਕਾਫੀ ਦੀਵਾਨ ਸੀ। ਕੱਲ ਦਾ ਦੀਵਾਨ ਬੈਠੋ ਸਿਰਫ ਤੇ ਹੋਏਗਾ ਜੋ ਕਿ ਮਾਰਕੀਟ ਸਕੇਅਰ ਦੇ ਲਾਗੇ ਕਰਦੇ ਹੈ। ਕੋਚਾ ਲੂਟਨ ਤੋਂ ਤੇ ਹਿੱਟਨ ਤੋਂ ਜੋ ਕਿ ਹਮੇਸ਼ਾ ਜਾਂਦੀਆਂ ਉਸੇ ਤਰ੍ਹਾਂ ਜਾਣਗੀਆਂ। ਲੇਟ ਵਕਤ ਤੋਂ ਹੀ ਕੋਸ਼ਿਸ਼ ਕੀਤੀ ਜਾਵੇਗੀ ਕਿ ਜਿਹੜੇ ਦਿਨ ਲੇਟ ਵਕਤ ਤੋਂ ਜਾਣ ਵਾਲੇ ਹਨ ਉਹ ਕਿਰਪਾ ਕਰਕੇ ਨੌਰਥਨ ਦੇ ਵਾਲੇ ਰਾਉਂਡ ਰੋਡ ਤੇ ਖੜੇ ਹੋਣ। ਬਾਕੀ ਹਿੱਟਨ ਤੋਂ ਉਹੀ ਮੂਵ ਬੈਕਅਪ ਪਿਕਅਪ ਪੁਆਇੰਟ ਹੋਵੇਗਾ, ਲੂਟਨ ਦੇ ਉਹੀ ਹੋਣਗੇ। ਅਗਲਾ ਸ਼ੁੱਕਰਵਾਰ, ਸ਼ਨੀਚਰਵਾਰ ਤੇ ਐਤਵਾਰ ਦੇ 3 ਦੀਵਾਨ ਲੂਟਨ ਡੈਂਡੀ ਹਾਈ ਸਕੂਲ ਤੇ ਹੋਣਗੇ। ਡੈਂਡੀ ਹਾਈ ਸਕੂਲ ਇੱਕ ਪਾਸੇ ਤਾਂ ਸਾਧ ਸੰਗਤ ਲੱਗਦਾ ਹੈ ਐਲੈਗਜ਼ੈਂਡਰ ਐਵੀਨਿਊ ਦੇ ਦੂਸਰੇ ਪਾਸੇ ਉਸ ਦੀ ਐਂਟਰੈਂਸ ਡਿਸਕੋਟ ਰੋਡ ਜੌਰਜ ਕੈਟ ਫੈਕਟਰੀ ਦੇ ਨਾਲ ਹੀ ਹੈ। ਬਾਕੀ ਸਾਧ ਸੰਗਤ ਜਦੋਂ ਲੂਟਨ ਦੀਵਾਨ ਹੋਣਗੇ ਉਸੇ ਤਰ੍ਹਾਂ ਕੋਚਾ ਹਿੱਟਨ ਤੋਂ ਤੇ ਬੈਟਫੋਰਡ ਤੋਂ ਤਿੰਨੇ ਦਿਨ ਜਾਰੀ ਰਹਿਣਗੀਆਂ। ਸਾਧ ਸੰਗਤ ਦੂਸਰਾ ਹੁਕਮ ਇਹ ਹੋਇਆ ਉਨ੍ਹਾਂ ਲੋਕ ਇਹਨਾਂ ਦੀਵਾਨਾਂ ਦੇ ਉਸਤਾਦ ਦਾ ਵੇਰਵਾ ਪੜ੍ਹ ਕੇ ਸੁਣਾਇਆ ਜਾਵੇ। ਖਰਚੇ ਦਾ ਵੇਰਵਾ ਇਸ ਪ੍ਰਕਾਰ ਹੈ। 8 ਦਿਨ ਕੋਚਾਂ ਦਾ ਖਰਚਾ 320 ਪਾਉਂਡ, ਹਾਲ ਦਾ ਕਿਰਾਇਆ 90 ਪਾਉਂਡ, ਜੋ ਮੁੱਖ ਪ੍ਰਚਾਰ 29 ਤਾਰੀਖ ਨੂੰ ਸੈਂਟ ਨਿਕਲਸ ਕਮਿਊਨਿਟੀ ਹਾਲ ਵਿਖੇ ਹੋਵੇਗਾ, ਜਿਹੜਾ ਕਿ ਕੈਂਟਰਬਰੀ ਵੇ ਦੇ ਉੱਤੇ ਹੈ। ਉਸ ਦੇ ਵਾਸਤੇ ਕੰਘੇ, ਕੜੇ ਤੇ ਕਿਰਪਾਨਾਂ ਜੋ ਮੰਗਾਈਆਂ ਹਨ ਉਹਨਾਂ ਦਾ ਖਰਚਾ 15 ਪਾਉਂਡ ਹੈ। ਖਰਚੇ ਦਾ ਕੁੱਲ ਜੋੜ 425 ਪਾਉਂਡ ਹੈ। ਬਾਕੀ ਜੋ ਗੁਰੂ ਕੀ ਗੋਲਕ ਵਿੱਚ ਭੇਟਾ ਆਈ ਹੈ ਜੋ ਕੋਈ ਇੱਕੋ ਇੱਕ ਆਮਦਨ ਦਾ ਸਾਧਨ ਸੀ, ਉਸ ਦਾ ਕੁੱਲ ਜੋੜ 376 ਪਾਉਂਡ 40 ਪੈਸੇ। ਵਾਹਿਗੁਰੂ ਜੀ ਕਾ ਖਾਲਸਾ।